So you all are very lucky to have this type of ambience. ਤੁਹਾਨੂੰ ਇੰਨਾ ਵਧੀਆ ਮਾਹੌਲ ਜਿਹੜਾ ਇਹ ਮਿਲਿਆ ਹੈਗਾ ਇਸ time. You can't think upon when I started my entrepreneur journey. My journey started in 1990. ਮੈਨੂੰ ਸਭ ਤੋਂ ਪਹਿਲੇ ਬੱਚੋ ਤੁਸੀਂ ਹੱਥ ਖੜਾ ਕਰੋ, ਤੁਹਾਡੇ ਵਿੱਚੋਂ ਈਵਨਿੰਗ ਕਾਲਜ ਕੌਣ ਪੜਦਾ ਹੈ? ਈਵਨਿੰਗ ਕਾਲਜ, ਆਈ ਡੋਂਟ ਥਿੰਕ ਸੋ, ਕਿਉਂਕਿ ਤੁਸੀਂ ਬੱਚੋ जिस भी फाइनेंशियल लेवल पे हो, यू आर एंजॉइंग लग्जरीज टुडे. ये लोग घबराते हैं, हिचकिचाते हैं, झिझकते हैं और घबराते रहते हैं कि जब तक उनको कोई सुटेबल सिस्टम, उनको कोई सुटेबल सपोर्ट ना मिल जाए तब तक वो आगे नहीं बढ़ पाते. इसलिए जुगनू को साथ लेकर राह रोशन कीजिए, रास्ता सूरज का देखा तो सुबह बीत जाएगी. ਛੋਟੀਆਂ ਛੋਟੀਆਂ ਚੀਜ਼ਾਂ ਨੂੰ ਤੁਸੀਂ ਨਾਲ ਲੈ ਕੇ ਚੱਲਣਾ ਆ. ਔਰ ਉਸ ਤੋਂ ਬਾਅਦ ਕੀ ਹੋਇਆ, A+ ਬ੍ਰਾਂਡ ਮੈਂ ਕਰ ਲਿਆ ਸਟਾਰਟ. ਮੈਨੂੰ ਬੜੀਆਂ ਦਿੱਕਤਾਂ ਆਈਆਂ, ਕੋਈ ਆਊਟਪੁੱਟ ਨਹੀਂ ਆਈ. ਇੱਕ ਓਪਰਚੁਨਿਟੀ ਮਿਲੀ ਫੈਮਿਲੀ ਦੇ ਥਰੂ 1995 ਦੇ ਵਿੱਚ. ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹਿੰਦੁਸਤਾਨ ਲੀਵਰ ਲਿਮਟਿਡ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ, ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਔਰ ਮੈਂ ਪਠਾਨਕੋਟ ਸ਼ਿਫਟ ਹੋ ਗਿਆ. ਔਰ ਉੱਥੇ ਜਿਸ ਕੰਪਨੀ ਦੇ ਵਿੱਚ ਸੀਗਾ ਮੈਂ, ਉਹਦੇ ਵਿੱਚ ਰਥ ਔਰ ਡਾਲਡਾ, ਦੇਖੋ ਇਹ ਦੋ ਬ੍ਰਾਂਡਸ ਤੁਸੀਂ ਅੱਜ ਦੀ ਡੇਟ ਵਿੱਚ ਸ਼ਾਇਦ ਕਿਤੇ ਸੁਣੇ ਹੋਣਗੇ, ਦੇਖੇ ਹੋਣਗੇ ਕਾਫੀ ਸਾਲਾਂ ਤੋਂ. ਉਸ ਵੇਲੇ ਘਿਓ ਹੀ ਚੱਲਦਾ ਹੁੰਦਾ ਸੀ. ਦੇयर ਵਾਸ ਨੋ ਰਿਫਾਈਨਡ ਆਇਲ. ਉਹ ਘਿਓ ਬਣਾਉਣ ਵਾਲੀ ਫੈਕਟਰੀ, ਉੱਥੇ ਰਿਫਾਈਨਡ ਆਇਲ ਪਹਿਲਾਂ ਬਣਾਉਂਦੇ ਸੀ, ਆਇਲ ਤੋਂ ਰਿਫਾਈਨਡ ਆਇਲ ਬਣਦਾ ਸੀ. ਰਿਫਾਈਨਡ ਆਇਲ ਸਾਡਾ ਪ੍ਰੋਡਕਟ ਹੁੰਦਾ ਸੀਗਾ. ਰਿਫਾਈਨਡ ਆਇਲ ਨੂੰ ਜਦੋਂ ਅਸੀਂ ਆਇਲ ਨੂੰ 4000 RPM ਤੇ ਚਲਾਉਂਦੇ ਸੀਗੇ ਵਿਦ ਸਮ ਐਸਿਡਸ ਐਂਡ ਅਦਰ ਇੰਗਰੀਡੀਐਂਟਸ, ਉਸ ਤੋਂ ਬਾਅਦ ਹਾਈਡਰੋਜਨੇਟਡ ਕਰਕੇ ਉਹ ਦੇਸੀ ਘਿਓ ਦਾ ਰੂਪ ਜਿਹੜਾ ਸੀ ਉਸੇ ਟਾਈਪ ਦਾ ਘਿਓ ਬਣਦਾ ਸੀ. ਉਹਦੇ ਵਿੱਚ ਡਾਲਡਾ ਜਿਹੜਾ ਸੀ ਉਹ ਹਿੰਦੁਸਤਾਨ ਲਿਵਰ ਦਾ ਪ੍ਰੋਡਕਟ ਸੀ ਤੇ ਰਥ ਵਨਸਪਤੀ ਜਿਹੜਾ ਸੀ ਉਹ DCM ਦਾ ਪ੍ਰੋਡਕਟ ਸੀ. ਉੱਥੇ ਜਾ ਕੇ ਮੈਂ ਕਾਰਪੋਰੇਟ ਕਲਚਰ ਦੇ ਵਿੱਚ ਬਹੁਤ ਕੁਝ ਸਿੱਖਿਆ. ਅਲਟੀਮੇਟਲੀ ਮਾਈ ਐਕਸਟੈਂਡਡ ਫੈਮਿਲੀ ਉਹਦਾ ਸ਼ੇਅਰ ਵੀ ਪਿਆ ਔਰ ਉਹਦੀ ਇੱਕ ਸਟੋਰੀ ਇੰਨੀ ਜ਼ਬਰਦਸਤ ਸੀ ਕਿ ਅਸੀਂ ਬਹੁਤ ਅੱਛੇ ਪ੍ਰੋਫਿਟਸ ਦੇ ਵਿੱਚ ਆਏ, ਲੇਕਿਨ ਉਸ ਤੋਂ ਜ਼ਿਆਦਾ ਲਾਸਿਸ ਦੇ ਵਿੱਚ ਆ ਗਏ ਔਰ ਅਸੀਂ ਜਿੰਨਾ ਕੁ ਉੱਪਰ ਸੀਗੇ ਉਸ ਤੋਂ ਬਹੁਤ ਨੀਚੇ ਚਲੇ ਗਏ. ਧਰਤੀ 'ਚ ਇੰਨਾ ਮਾਈਨਸ ਦੇ ਵਿੱਚ ਹੋ ਗਏ ਔਰ ਮੈਨੂੰ ਵਾਪਸ 1997 I have to come to my hometown ਨਵਾਂ ਸ਼ਹਿਰ from ਪਠਾਨਕੋਟ ਔਰ ਫਿਰ ਮੈਂ A+ ਤੇ ਕੰਮ ਕਰਨਾ शुरू ਕੀਤਾ. दर्द कागज पर मेरा बिकता रहा. कितना बिकता था? मैं बेचैन था पर A+ पर लगातार काम करता रहा. ब्रांड मैं अपने बैक ऑफ दी माइंड नहीं छड़िया, मार्केट विच नहीं सिगा, सिर्फ एक दुकान थी सिगा. सब तरफ देखा, छू रहे हैं सब बुलंदियों की आसमान में, मैं सितारों के बीच चांद की तरह छिपता रहा. मैं बड़ा परेशान रहा, करदा भी रहा अपना काम. बड़ियां ऑब्स्टैकल्स आईयां क्योंकि मेरी ये 35 इयर्स दी स्टोरी है ਜਿਹੜੀ ਕਿ ਮੈਂ ਤੁਹਾਨੂੰ 20 ਮਿੰਟ ਅੱਧੇ ਘੰਟੇ ਦੇ ਵਿੱਚ ਖਤਮ ਕਰਨੀ ਹੈ. ਸੋ ਇਸ ਪੂਰੀ PPT ਦੇ ਅੰਦਰ ਛੋਟੀਆਂ ਛੋਟੀਆਂ ਬਹੁਤ ਸਾਰੀਆਂ ਸਟੋਰੀਜ਼ ਹੈ, ਬਹੁਤ ਸਾਰੀਆਂ ਹਾਰਡਸ਼ਿਪਸ ਹੈ, ਬਹੁਤ ਸਾਰੀਆਂ ਸਟਰਗਲਸ ਹੈ ਜਿਹੜੀਆਂ ਕਿ ਅੱਜ ਤੁਸੀਂ ਉਹ ਸੋਚ ਵੀ ਨਹੀਂ ਸਕਦੇ. ਇਸ ਕਰਕੇ ਮੈਂ ਤੁਹਾਨੂੰ ਸਟਾਰਟਿੰਗ 'ਚ ਕਿਹਾ ਕਿ ਯੂ ਆਰ ਇੰਜੋਇੰਗ ਯੂਰ ਲਾਈਫ ਇਨ ਲਗਜ਼ਰੀਜ਼. ਤੁਹਾਨੂੰ ਦਿੱਕਤਾਂ ਬਹੁਤ ਲੱਗਦੀਆਂ, ਮੇਰੇ ਕੋਲ ਆ ਨਹੀਂ ਹੈ, ਆ ਨਹੀਂ ਹੈ, ਆ ਨਹੀਂ, ਆ ਨਹੀਂ ਹੈ. ਅਗਰ ਆਪਾਂ ਗੁਰੂ ਸਾਹਿਬਾਨ ਦੀ ਗੱਲ ਕਰਦੇ ਹਾਂ, ਉਹਨਾਂ ਨੇ ਬਾਣੀ ਵਿੱਚ ਬੜੇ ਵਧੀਆ ਪਹਿਲੂ ਦੇ ਨਾਲ ਸਮਝਾਇਆ. 10 ਵਸਤੂ ਲੈ ਪਾਛੇ ਪਾਵੈ, ਏਕ ਬਸਤ ਕਾਰਨ ਵੀ ਖੋਟ ਗਵਾਵੈ, ਇਹ 10 ਵੀ ਹਰ ਲੈ ਏਕ ਵੀ ਨਾ ਦੇ ਤੋ ਇਹ ਮੂੜਾ ਕਿਆ ਕਰੇ. ਸਾਨੂੰ ਉਹਨਾਂ ਨੇ ਐਗਜ਼ਾਮਪਲ ਦਿੱਤੀ. ਫੋਰ ਐਗਜ਼ਾਮਪਲ ਸਾਡੇ ਕੋਲ 10 ਚੀਜ਼ਾਂ ਆ. ਪਹਿਲੀ ਚੀਜ਼ ਸਾਨੂੰ ਇਹ ਮਨੁੱਖ ਜੀਵਨ ਦਿੱਤਾ. ਦੂਸਰਾ ਸਾਨੂੰ ਇੱਕ ਫੈਮਿਲੀ ਦੇ ਅੰਦਰ ਬਰਥ ਦਿੱਤਾ. ਯਤੀਮ ਵੀ ਹੋ ਜਾਂਦੇ ਆ, ਉਹਨਾਂ ਦੇ ਪੇਰੈਂਟਸ ਨੂੰ ਬਚਪਨ ਤੋਂ ਹੀ ਸੜਕ ਤੇ ਛੱਡ ਦਿੰਦੇ ਆ, ਅਸੀਂ ਤਾਂ ਫੈਮਿਲੀ ਦੇ ਵਿੱਚ ਆ. ਫਿਰ ਸਾਨੂੰ ਇੰਨੀ ਅੱਛੀ ਐਜੂਕੇਸ਼ਨ ਦਿੱਤੀ, ਇੰਨੇ ਅੱਛੇ ਯੂਨੀਵਰਸਿਟੀ ਦੇ ਨਾਲ ਜੋੜਿਆ, ਕਾਲਜਿਸ ਦੇ ਨਾਲ ਜੋੜਿਆ, ਸਕੂਲਸ ਦੇ ਨਾਲ ਜੋੜਿਆ, ਸਾਨੂੰ ਪੂਰੀ ਲਗਜ਼ਰੀਜ਼ ਦੇ ਵਿੱਚ ਰੱਖਿਆ. ਲਾਈਫ ਦੀਆਂ ਸਾਰੀਆਂ ਨੈਸੈਸਿਟੀਜ਼ ਜਿਹੜੀਆਂ ਸੀ ਉਹਦੇ ਬਾਰੇ ਤਾਂ ਸਾਨੂੰ ਸੋਚਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਸੀ. ਉਸ ਵੇਲੇ ਤਾਂ ਲਗਜ਼ਰੀਜ਼ ਬਹੁਤ ਦੂਰ ਦੀ ਗੱਲ ਸੀ. ਗਰਮੀ ਦੇ ਵਿੱਚ, ਸਰਦੀ ਦੇ ਵਿੱਚ, ਬਰਸਾਤ ਵਿੱਚ ਸਭ ਕੁਝ ਅਸੀਂ ਕਰਦੇ ਹੁੰਦੇ ਸੀਗੇ. ਔਰ ਅਗਰ ਪਰਮਾਤਮਾ ਸਾਡੇ ਤੋਂ ਇੱਕ ਚੀਜ਼ ਵੀ ਲੈ ਲੈਂਦਾ, ਸਾਨੂੰ ਇੱਕ ਚੀਜ਼ ਦੀ ਵੀ ਕਮੀ ਹੈ, ਦੂਸਰੇ ਬੱਚੇ ਕੋਲ ਮੋਟਰਸਾਈਕਲ ਹੈ, ਮੇਰੇ ਕੋਲ ਮੋਟਰਸਾਈਕਲ ਨਹੀਂ ਹੈਗਾ, ਮੈਨੂੰ ਬੱਸ 'ਚ ਜਾਣਾ ਪੈਂਦਾ, ਤਾਂ ਮੈਂ ਕਿੰਨਾ ਕ੍ਰਿਬ ਕਰਦਾ ਹਾਂ. ਔਰ ਅਗਰ ਉਹ ਬਾਕੀ ਦੀਆਂ 8 ਚੀਜ਼ਾਂ 9 ਚੀਜ਼ਾਂ ਵੀ ਪਰਮਾਤਮਾ ਲੈ ਲਵੇ ਫਿਰ ਅਸੀਂ ਕੀ ਕਰਾਂਗੇ? ਪਰਮਾਤਮਾ ਨੇ ਤਾਂ ਸਾਨੂੰ ਸਾਰੇ ਅੰਗ ਦਿੱਤੇ ਆ, ਇਹ ਸਾਡਾ ਸਰੀਰ ਦਿੱਤਾ ਆ, ਸਾਨੂੰ ਇੰਨਾ ਕੁਝ ਮਿਲਿਆ. ਬੱਚੋ ਅਗਰ ਉਹਦੀ ਅਸੀਂ ਲਿਸਟ ਬਣਾਉਣੀ ਸ਼ੁਰੂ ਕਰ ਦਈਏ, we can't finish that list from pin to your home, to college, to your syllabus, to teachers, to your intellectual, to Google and to computer and everything, and your mobile and so on, electricity, roads, infrastructure, water, air, so many unlimited things. ਖਤਮ ਨਹੀਂ ਹੋ ਸਕਦੀਆਂ. ਇੱਕ ਚੀਜ਼ ਦੀ ਕਮੀ ਹੁੰਦੀ ਹੈ ਤਾਂ ਤੁਸੀਂ ਰੋਣ ਲੱਗ ਪੈਂਦੇ ਹੋ ਜਾਂ ਕ੍ਰਿਪ ਕਰਦੇ ਹੋ ਜਾਂ ਆਪਣੇ ਆਪ ਸੋਚਦੇ ਹੋ, ਕਿਸੇ ਨੂੰ ਨਹੀਂ ਕਹਿੰਦੇ. ਜਿਹੜੀ ਇਹ ਜਰਨੀ ਹੈ ਇਹ ਇਸੇ ਤਰ੍ਹਾਂ ਹੀ ਚੱਲਦੀ ਰਹੀ. ਮੈਨੂੰ ਇੱਕ ਓਪਰਚੁਨਿਟੀ ਮਿਲੀ ਵਿਸ਼ਾਲ ਮੈਗਾ ਮਾਰਟ ਦੀ, ਮੈਂ ਤੁਹਾਡੇ ਨਾਲ ਸ਼ੇਅਰ ਕਰਦਾ. A+ ਦੀ ਡਿਸਟ੍ਰੀਬਿਊਸ਼ਨ, A+ ਦਾ ਇੱਕ ਡਿਸਟ੍ਰੀਬਿਊਟਰ ਬਣਿਆ ਸੀ ਉਦੋਂ, ਸਿਸਟਮ ਸੀ. ਮੈਂ ਉਹਦੇ 'ਚ ਪੁਆਇੰਟਸ ਲਿਖਦਾ ਰਿਹਾ. ਮੈਂ ਦੇਖਿਆ ਕਿ ਇਹਨਾਂ ਨੇ ਇੰਨਾ ਸਾਰਾ ਏਰੀਆ ਪ੍ਰਾਈਮ ਲੋਕੇਸ਼ਨ ਤੇ ਰੈਂਟ ਤੇ ਲਿਆ ਹੋਇਆ, ਇਹਦੇ ਵਿੱਚ ਬਹੁਤ ਸਾਰੇ ਗਡਾਊਨਸ ਖਾਲੀ ਪਏ ਆ, ਬਹੁਤ ਸਾਰੀਆਂ ਸ਼ੈਲਫਸ ਖਾਲੀ ਆ ਔਰ ਬੰਦੇ ਬੈਠੇ ਹੋਏ ਆ ਕਿਉਂਕਿ ਮਾਲਕ ਬੈਠੇ ਹੋਏ ਆ ਦਿੱਲੀ, ਉਹਨਾਂ ਨੂੰ ਸ਼ਾਇਦ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੋਏਗਾ. ਮੈਂ ਉਹ ਸਾਰੀਆਂ ਕੈਲਕੂਲੇਸ਼ਨਾਂ ਨੋਟ ਕਰਨੀਆਂ ਸ਼ੁਰੂ ਕਰਤੀਆਂ ਪੂਰਾ ਦਿਨ. ਉਸ ਤੋਂ ਬਾਅਦ ਜਦੋਂ ਉਹ ਸਾਰੀਆਂ ਕੈਲਕੂਲੇਸ਼ਨਾਂ ਕਰਕੇ ਮੈਂ ਬਣਾਈਆਂ, ਮੈਂ ਕਿਹਾ ਇਹ ਤਾਂ
ਇਹਨਾਂ ਦਾ ਜਿਹੜਾ ਮਾਰਜਨ ਹੈਗਾ ਉਹ ਸਾਰਾ ਦਾ ਸਾਰਾ ਖਰਚੇ 'ਚ ਜਾ ਰਿਹਾ, ਮੇਜਰ ਪਾਰਟ ਖਰਚੇ 'ਚ ਜਾ ਰਿਹਾ, ਔਰ ਉਹ ਖਰਚਾ ਜਿਹੜਾ ਬਿਨਾਂ ਗੱਲ ਤੋਂ ਹੋ ਰਿਹਾ। ਉਸ ਤੋਂ ਬਾਅਦ ਮੈਂ ਦਿੱਲੀ ਗਿਆ, ਮੈਂ ਉਹਨਾਂ ਦੇ ਓਨਰ ਰਾਮ ਅਗਰਵਾਲ ਜੀ ਨੂੰ ਮਿਲਿਆ, ਉਹਨਾਂ ਦੇ ਨਾਲ ਬੈਠ ਕੇ ਮੈਂ ਇੰਨਾ ਮੋਟੀਵੇਟਿਡ ਫੀਲ ਹੋਇਆ। ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਬੜੀ ਇਨਸਪੀਰੇਸ਼ਨ ਦਿੱਤੀ, ਔਰ ਮੈਂ ਉਹਨਾਂ ਦੇ ਕੁਝ ਆਫੀਸਰਸ ਦੇ ਨਾਲ ਬੈਠ ਕੇ ਉੱਤੇ ਵਰਕਿੰਗ ਕੀਤੀ, ਔਰ ਮੈਂ ਉਹਨਾਂ ਨਾਲ ਉੱਥੇ ਮੇਰੀ ਬਿਜ਼ਨਸ ਡੀਲ ਸਟਾਰਟ ਹੋ ਗਈ। ਮੇਰੇ ਕੋਲ ਪੈਸੇ ਤਾਂ ਹੈ ਨਹੀਂ ਸੀ ਲਗਾਉਣ ਨੂੰ, ਮੈਂ ਘੱਟ ਤੋਂ ਘੱਟ ਪੈਸੇ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਊਟਪੁੱਟ ਕੱਢਣੀ ਸੀਗੀ। ਉਹਨਾਂ ਨੂੰ ਮੈਂ ਦੱਸਿਆ ਤੁਹਾਡਾ 12% ਦਾ ਖਰਚਾ ਆ। ਅਲਟੀਮੇਟਲੀ ਮੇਰੀ ਉਹਨਾਂ ਦੇ ਨਾਲ 4% ਦੇ ਵਿੱਚ ਉਹ ਡੀਲ ਹੋ ਗਈ ਕਿ 4% ਮੈਂ ਤੁਹਾਨੂੰ ਦਊਂਗਾ, ਔਰ ਉਸ ਤੋਂ ਬਾਅਦ ਮੇਰਾ ਉਹ ਬਿਜ਼ਨਸ 300x ਹੋ ਗਿਆ ਸਾਲ ਡੇਢ ਸਾਲ ਦੇ ਅੰਦਰ। 700 ਸਟੋਰਸ ਵਿਸ਼ਾਲ ਮੈਗਾ ਮਾਰਟ ਦੇ, 52 ਲੋਕੇਸ਼ਨਸ ਪੰਜਾਬ, ਹਿਮਾਚਲ, ਹਰਿਆਣਾ, J&K, ਔਰ ਉਹ ਸਾਰੇ ਸਟੋਰਸ ਦੇ ਵਿੱਚ ਉਹਨਾਂ ਦਾ ਸਮਾਨ ਇਕੱਠਾ ਕਰਨਾ। ਸ਼ੂ ਪਾਲਿਸ਼ ਇਧਰੋਂ ਆ ਰਹੀ ਹੈ, ਕੋਈ ਟੁੱਥਬ੍ਰਸ਼ ਉਧਰੋਂ ਆ ਰਹੀ ਹੈ, ਲਿਕੁਇਡ ਸੋਪ ਆ ਰਹੇ ਹੈ, ਐਂਡ ਸੋ ਮੈਨੀ ਅਦਰ ਆਈਟਮਸ। ਗਰੋਸਰੀ ਅਸੀਂ ਉਹਨਾਂ ਨੂੰ ਆਪਣੀ ਪੈਕ ਕਰਕੇ ਦੇ ਰਹੇ ਹਾਂ। ਇਹ ਇੱਕ ਸਟੋਰੀ ਜਿਹੜਾ ਸੀ ਮੈਨੂੰ ਪਲੇਟਫਾਰਮ ਮਿਲਿਆ। ਉਸ ਤੋਂ ਬਾਅਦ ਇੱਕ ਟਾਈਮ ਬਾਅਦ ਮੇਰੇ ਪੇਰੈਂਟਸ ਮੈਨੂੰ ਕਹਿੰਦੇ ਰਹੇ ਵੀ ਇਹ ਕੰਪਨੀਆਂ ਜਿਹੜੀਆਂ ਖਾ ਜਾਂਦੀਆਂ ਹੁੰਦੀਆਂ, ਸੁਣਦੇ ਸੀਗੇ ਬਹੁਤ ਜ਼ਿਆਦਾ। ਤੀਸਰੇ ਸਾਲ ਜਾ ਕੇ ਚੌਥੇ ਸਾਲ ਪੇਮੈਂਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ। ਵਿਸ਼ਾਲ ਮੈਗਾਵਾਟ ਕ੍ਰਾਈਸਿਸ ਵਿੱਚ ਆ ਗਿਆ ਇੰਡੀਆ ਦੇ ਵਿੱਚ। ਉਹਨਾਂ ਨੇ ਇੰਡੀਅਨ ਕੰਪਨੀ ਸੀ, ਉਹਨਾਂ ਨੇ ਇਨਵੈਸਟਮੈਂਟਸ ਬਹੁਤ ਕਰਤੀਆਂ, ਆਊਟਪੁੱਟ ਉਨੀ ਹੈ ਨਹੀਂ ਸੀਗੀ, ਔਰ ਉਹ ਲਾਸਿਸ ਚਲੇ ਗਏ। ਸਾਡੇ ਵੈਂਡਰਸ ਜਿਨ੍ਹਾਂ ਨੇ ਪੈਸੇ ਰੋਕਤੇ। ਫਿਰ ਮੈਨੂੰ ਦੁਬਾਰਾ ਘਰਦਿਆਂ ਨੇ ਬਹੁਤ ਜ਼ਿਆਦਾ ਝਿੜਕਾਂ ਮਾਰਨੀਆਂ ਸ਼ੁਰੂ ਕਰਤੀਆਂ ਕਿ ਜੋ ਤੈਨੂੰ ਅਸੀਂ ਕਿਹਾ ਸੀ ਇਹ ਕੰਪਨੀਆਂ ਖਾ ਜਾਂਦੀਆਂ, ਇਹ ਪੈਸੇ ਮਰ ਜਾਣੇ ਆ, ਉਹ ਜਾਣਾ। ਮੈਂ ਉੱਥੇ ਜਾ ਕੇ ਆਪਣੀ ਅਲਟੀਮੇਟਲੀ ਅਮਾਉਂਟ ਤਾਂ ਰਿਕਵਰ ਕਰ ਲਈ, ਲੇਕਿਨ ਮੈਨੂੰ ਬਾਹਰ ਜਾਣ ਦਾ ਮੌਕਾ ਮਿਲਿਆ। ਉੱਥੇ ਜਾ ਕੇ ਮੈਂ ਵਾਲਮਾਰਟ ਦੇ ਕਿਸੇ ਬੰਦੇ ਨੂੰ ਮਿਲਿਆ, ਮੇਰੇ ਮਾਮਾ ਜੀ ਉੱਥੇ ਕੰਮ ਕਰਦੇ ਸੀ। ਉਹਨਾਂ ਨੇ ਆਪਣੇ ਮੈਨੇਜਰ ਨੂੰ ਬੁਲਾਓ, ਮੈਨੇਜਰ ਕਹਿੰਦਾ ਦਿਸ ਇਜ਼ ਨਾਟ ਇਨ ਮਾਈ ਜੁਰਿਸਡਿਕਸ਼ਨ। ਫਿਰ ਉਹਨਾਂ ਨੇ ਅੱਗੇ ਤੋਂ ਅੱਗੇ ਮੈਂ ਉਹਨਾਂ ਨਾਲ ਆਪਣੀ PPT ਤਿਆਰ ਕੀਤੀ, ਉਦੋਂ ਉਹਨਾਂ ਨੂੰ ਦਿਖਾਈ ਵੀ ਇੰਡੀਆ 'ਚ ਅਸੀਂ ਵਿਸ਼ਾਲ ਮੈਗਾ ਮਾਰਟ ਨੂੰ ਸਪਲਾਈ ਕਰਦੇ ਹਾਂ, ਤੁਹਾਨੂੰ ਅਸੀਂ ਇੰਡੀਆ ਜਦੋਂ ਤੁਸੀਂ ਆਣਾ ਵਾਲਮਾਰਟ ਨੇ ਵੀ ਵਾਂਟ ਟੂ ਸਪਲਾਈ। ਮੇਰੇ ਕੋਲ ਕੁਝ ਨਹੀਂ ਸੀਗਾ। ਵਾਲਮਾਰਟ ਦੁਨੀਆ ਦਾ ਸਭ ਤੋਂ ਵੱਡਾ ਰੀਟੇਲਰ ਹੈ, ਔਰ ਅਸੀਂ ਇੱਕ ਬੜੇ ਛੋਟੇ ਜਿਹੇ ਸ਼ਹਿਰ ਤੋਂ, ਬੜੇ ਛੋਟੇ ਜਿਹੇ ਹਿੰਦੁਸਤਾਨ ਦੇ ਵਿੱਚ, ਉਹਦੇ ਨਕਸ਼ੇ ਕਦਮ ਤੇ ਵੀ ਨਹੀਂ ਹੈਗਾ, ਤੇ ਦ ਸਮੋਲੈਸਟ ਡਿਸਟ੍ਰਿਕਟ ਆਫ ਦਾ ਕੰਟਰੀ। ਔਰ ਮੈਂ ਆਪਣੀ ਜਿਹੜੀ PPT ਸੀ ਉਹ ਇਸ ਕਦਰ ਦਿਖਾਈ ਵੀ ਕਮ ਸੇ ਕਮ ਮੈਨੂੰ ਉਹ ਮਿਲਣ ਤਾਂ ਸਹੀ, ਦੇਖਣ ਤਾਂ ਸਹੀ। ਅਸੀਂ ਉਹਨਾਂ ਲਈ ਜਦੋਂ ਇੰਡੀਆ ਆਏ, ਉਹਨਾਂ ਨੇ ਮੈਨੂੰ ਕਾਲ ਕੀਤੀ। ਦੇ ਵਰ ਅਮਰੀਕਨਸ, ਕਪਲ ਆਫ ਅਮਰੀਕਨਸ ਵਰ देयर, ਇੰਡੀਅਨ ਸੀਗੇ। ਉਹਨਾਂ ਨੇ ਪਹਿਲਾਂ ਮੈਨੂੰ ਬੁਲਾਇਆ, ਫਿਰ ਉਹ ਆਏ, ਤੇ ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਅਸੀਂ ਉਹਨਾਂ ਦੇ ਨਾਲ ਕੁਝ ਆਡਿਟਸ ਤੋਂ ਬਾਅਦ ਕਨੈਕਟ ਹੋ ਗਏ। ਮੇਰਾ ਜਿਹੜਾ ਵਾਲਮਾਰਟ ਦਾ ਪਹਿਲਾ ਆਰਡਰ ਸੀ ਬੜਾ ਛੋਟਾ ਜਿਹਾ ਹੋਇਆ। ਵਿਸਾਖੀ ਵਾਲੇ ਦਿਨ ਹਿੰਦੁਸਤਾਨ ਦੇ ਅੰਦਰ ਭਾਰਤੀ ਦੇ ਨਾਲ, 에ਅਰਟੈਲ ਦੇ ਨਾਲ ਕੋਲੈਬੋਰੇਸ਼ਨ ਕਰਕੇ ਵਾਲਮਾਰਟ ਆਇਆ, ਔਰ ਭਾਰਤੀ ਵਾਲਮਾਰਟ ਪ੍ਰਾਈਵੇਟ ਲਿਮਟਿਡ ਨਾਮ ਦੀ ਕੰਪਨੀ ਜਿਹੜੀ ਸੀ ਦੁਨੀਆ ਤੋਂ ਹਿੰਦੁਸਤਾਨ ਆ ਗਈ। ਔਰ ਉਸ ਵੇਲੇ ਹਿੰਦੁਸਤਾਨ ਆਪਣੇ ਸਟੈਪ ਆਊਟਸ ਕਰ ਰਿਹਾ ਸੀਗਾ ਡੀ ਲਾਇਸੈਂਸਿੰਗ ਤੋਂ। ਉਸ ਵੇਲੇ ਹਰ ਚੀਜ਼ ਦਾ ਲਾਇਸੈਂਸ ਹੁੰਦਾ ਸੀ, ਪੈਟਰੋਲ ਪੰਪ ਦਾ, ਫਲੋਰ ਮਿਲ ਦਾ, ਪੇਪਰ ਮਿਲ ਦਾ, ਐਵਰੀਥਿੰਗ। ਜਿੰਨੀ ਵੀ ਅੱਜ ਤੁਸੀਂ ਇੰਡਸਟਰੀ ਦੇਖ ਰਹੇ ਹੋ, ਲਾਇਸੈਂਸ ਇੰਡਸਟਰੀ ਸੀ। ਅੱਜ ਅਗਰ ਆਪਾਂ ਇਕਨੋਮੀ ਦੀ ਗੱਲ ਕਰਦੇ ਹਾਂ ਤਾਂ ਹਿੰਦੁਸਤਾਨ ਜਿਹੜਾ ਆ ਉਹ 250 ਸਾਲ ਤੋਂ ਬਾਅਦ ਇੰਨੀ ਫਾਸਟ ਗਰੋਥ ਹੋ ਰਹੀ ਹੈ, ਔਰ ਵਾਪਸ ਦੁਨੀਆ ਦੀ 4th ਬਿਗੇਸਟ ਇਕਨੋਮੀ ਬਣਨ ਜਾ ਰਿਹਾ ਹੈਗਾ, ਥਰਡ ਇਕਨੋਮੀ ਬਣ ਰਿਹਾ। ਔਰ ਮੈਂ ਤੁਹਾਨੂੰ ਉਹਦੇ ਬਾਰੇ ਵੀ ਫਿਰ ਇਲੈਬੋਰੇਟ ਕਰੂੰਗਾ। सो जिंदगी कभी भी ले सकती है करवट, तू गुमान ना कर। बुलंदियां छू हजार मगर उनके लिए गुनाह ना कर। बेतुके झगड़े कुछ इस तरह खत्म कर दिए मैंने, जहां गलती नहीं भी थी फिर भी हाथ जोड़ दिए मैंने। मेरे नाल बहुत सारियां प्रॉब्लम्स फिर माई इनर सर्कल, इन माई फैमिली या मेरी बिजनेस ਦੇ ਵਿੱਚ ਜਿੱਥੇ ਮੇਰੀ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਸੀ, ਮੈਂ ਉਹਦੇ ਨਾਲ ਦੁਬਾਰਾ ਆਰਗੂ ਨਹੀਂ ਕਰਦਾ ਸੀਗਾ। ਅੱਜ ਵੀ ਮੇਰੀ ਇਹੀ ਪੋਜੀਸ਼ਨ ਹੈ, ਮੈਂ ਕਿਸੇ ਨਾਲ ਆਰਗੂ ਨਹੀਂ ਕਰਦਾ। ਜਿੱਥੇ ਮੈਨੂੰ ਥੋੜੀ ਪ੍ਰੋਬਲਮ ਸਾਹਮਣੇ ਵਾਲੇ ਦੀ ਲੱਗਦੀ ਹੈ, ਮੈਂ ਹੱਥ ਜੋੜ ਦਿੰਦਾ ਐਂਡ ਆਈ ਟੇਕ ਸਟੈਪ ਬੈਕ। ਔਰ ਇਹ ਚੀਜ਼ ਨੇ ਮੈਨੂੰ ਇੰਨੀ ਸ਼ਾਂਤੀ ਦਿੱਤੀ ਥਰੂ ਆਊਟ ਕਿ ਮੈਨੂੰ ਰਿਲੇਸ਼ਨਸ਼ਿਪ ਪ੍ਰੋਬਲਮਸ ਦੇ ਵਿੱਚ ਮੈਂ ਕਦੀ ਨਹੀਂ ਆਇਆ। ਨਹੀਂ ਤਾਂ ਅਕਸਰ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਉਹ ਰਿਲੇਸ਼ਨਸ਼ਿਪ ਪ੍ਰੋਬਲਮਸ ਹੈ, ਚਾਹੇ ਉਹ ਬ੍ਰਦਰ ਸਿਸਟਰ ਦੀ, ਹਸਬੈਂਡ ਵਾਈਫ ਦੀ ਹੈ, ਜਾਂ ਐਂਟਰਪ੍ਰੀਨਰਸ ਦੇ ਵਿੱਚ ਆਪਣੇ ਬਾਇਰ ਸੈਲਰ ਦੀ ਹੈ, ਜਾਂ ਜੌਬ ਸੀਕਰ ਜਾਂ ਉਹਦੇ EMPLOYEES ਦੀ ਹੈ। ਸੋ ਵਾਲਮਾਰਟ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਕੰਮ ਕੀਤਾ। ਸ਼ੁਰੂ ਦੇ ਵਿੱਚ ਲਾਸਿਸ ਵੀ ਹੋਏ, ਲੇਕਿਨ ਪੰਜਾਬ ਤੋਂ ਸ਼ੁਰੂ ਹੋਇਆ ਸੀ ਭਾਰਤੀ ਵਾਲਮਾਰਟ। 에ਅਰਟੈਲ ਪੰਜਾਬ ਦੀ ਕੰਪਨੀ ਸੀ ਲੁਧਿਆਣਾ ਦੀ, ਔਰ ਸਟਾਰਟਿੰਗ ਦੇ ਵਿੱਚ ਬੜੇ ਲਾਸਿਸ ਦੇ ਵਿੱਚ ਕੰਮ ਕੀਤਾ। ਤੁਹਾਨੂੰ ਪਤਾ ਆ ਵਾਲਮਾਰਟ ਦੁਨੀਆ ਦਾ ਹੀ that is one of the biggest retailer of the world। ਸੋ ਮੈਨੂੰ ਉਹਦੇ ਵਿੱਚ ਜਿਹੜਾ ਹੈਗਾ ਫਰਸਟ ਪ੍ਰਾਈਜ਼ ਕਿਸ ਚੀਜ਼ ਦਾ ਮਿਲਿਆ? ਪ੍ਰੈਫਰਡ ਸਪਲਾਇਰ ਦਾ। ਮੈਂ ਉਹਨਾਂ ਦਾ ਬ੍ਰਾਂਡ ਪੈਕ ਕਰਨਾ ਸ਼ੁਰੂ ਕੀਤਾ, ਔਰ ਬੜਾ ਛੋਟਾ ਜਿਹਾ ਏਰੀਆ ਡਿਵੈਲਪ ਕੀਤਾ। ਉਹਨਾਂ ਦੇ ਆਫੀਸਰਸ ਅੱਜ ਵੀ ਮੇਰੇ ਕੋਲ ਆਉਂਦੇ ਆ ਤਾਂ ਉਹ ਹੱਸਦੇ ਆ ਜਗ੍ਹਾ ਦੇਖ ਕੇ ਵੀ ਤੁਸੀਂ ਇੱਥੇ ਸ਼ੁਰੂ ਕਿਸ ਤਰ੍ਹਾਂ ਕਰ ਲਿਆ। ਔਰ ਦੈਟ ਵਾਸ, ਤੁਹਾਨੂੰ ਪਤਾ ਹਿੰਦੁਸਤਾਨ ਦੇ ਵਿੱਚ ਸਭ ਤੋਂ ਸਟਰੋਂਗ ਚੀਜ਼ ਕੀ ਹੁੰਦੀ ਹੈ? ਦੈਟ ਇਜ਼ ਜੁਗਾੜ, ਜਿਹਦੇ ਵਿੱਚ ਅਸੀਂ ਕਾਮਯਾਬ ਹੁੰਦੇ ਹਾਂ। ਪੈਸੇ ਸੀਗੇ ਨਹੀਂ, ਤੇ ਉਹਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਸੀਗੀਆਂ। ਮੈਂ ਉੱਥੇ ਸਫਾਈਆਂ ਕਰਵਾਈਆਂ, ਉਹ ਕੀਤਾ ਫੋਟੋਗ੍ਰਾਫਸ ਲਾਤੀਆਂ, ਆਡਿਟਸ ਵੀ ਕਰਵਾਈਆਂ, ਲੇਕਿਨ ਉਹਨਾਂ ਕੁਝ ਨਹੀਂ ਕਰ ਸਕਦੇ ਸੀਗੇ। ਉਹਨਾਂ ਦੀਆਂ ਜੋ
ਗੁੱਡ ਟਰਮ ਸੀਗੀਆਂ, ਲੇਕਿਨ ਕੋਸ਼ਿਸ਼ ਕਰਕੇ ਪੂਰੀਆਂ ਕੀਤੀਆਂ। ਉਹਨਾਂ ਦੇ ਆਫੀਸਰਸ ਆਏ ਮੈਂ ਆਪਣੇ ਜਿਹੜੇ ਵਰਕਰ ਸੀਗੇ, ਜਦੋਂ ਮੈਂ ਜੁਆਇਨ ਕੀਤਾ ਸੀ ਬਿਜ਼ਨਸ ਉਦੋਂ 6 ਬੰਦੇ ਕੰਮ ਕਰਦੇ ਸੀਗੇ ਔਰ ਹੌਲੀ ਹੌਲੀ ਬੰਦੇ ਵੱਧਦੇ ਗਏ। ਮੈਨੂੰ ਪਿੱਛੇ ਆਪਣੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਕਨਕਲੇਵ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਉਹਨਾਂ ਐਂਟਰਪ੍ਰੀਨਰਸ ਨੂੰ ਬੁਲਾਇਆ ਸੀ ਜਿਨ੍ਹਾਂ ਨੇ ਪ੍ਰੋਡਕਟਸ ਦੇ ਅੰਦਰ, ਨਾਟ ਆਨਲਾਈਨ, ਆਫਲਾਈਨ ਪ੍ਰੋਡਕਟਸ ਦੇ ਅੰਦਰ ਕਾਫੀ ਸਾਰੇ ਪੈਰਾਮੀਟਰਸ ਨੂੰ 100x ਕੀਤਾ। ਪ੍ਰੋਡਕਟਸ ਨੂੰ ਇਲੈਕਟ੍ਰਿਸਿਟੀ ਕਨੈਕਸ਼ਨ, ਐਮਪਲੋਇਮੈਂਟ, ਟੈਕਸ ਐਂਡ ਮੈਨੀ ਅਦਰ ਥਿੰਗਸ, ਵਰਕਰਸ ਦਾ PF ਐਂਡ ਆਲ ਦੈਟ, ਕਾਫੀ ਉਹਨਾਂ ਦੇ ਪੁਆਇੰਟ ਸੀਗੇ ਜਿਹਦੇ ਵਿੱਚ ਬਹੁਤ ਸਾਰੇ ਲੋਕ ਨਹੀਂ ਉਤਰ ਪਾਏ ਬਿਕੋਜ਼ 100x ਦਾ ਬਿਜ਼ਨਸ ਬਹੁਤ ਜਿਹਨਾਂ ਨੇ ਕੀਤਾ ਹੋਏਗਾ। ਆਨਲਾਈਨ ਕੰਪਨੀਆਂ ਦਾ 1000 10,000x ਤੇ ਵੀ ਪਹੁੰਚ ਗਈਆਂ, ਬਟ ਪ੍ਰੋਪਰਟੀਜ਼ ਵਾਲੇ 100x ਬਹੁਤ ਜ਼ਿਆਦਾ ਪਹੁੰਚ ਗਏ। ਐਮਪਲੋਇਮੈਂਟ ਵਾਸ ਮੇਜਰ ਫੈਕਟਰ। ਸੋ ਉਹ ਮੇਰਾ ਉਹਦੇ ਤੇ YouTube ਤੇ ਹੈਗਾ ਔਰ ਉਹਨੂੰ ਕਨਕਲੇਵ ਨੂੰ ਬਾਅਦ ਚ ਉਹਦਾ ਨਾਮ ਚੇਂਜ ਕਰਕੇ, ਕਿਉਂਕਿ ਉਹਨਾਂ ਨੂੰ ਬੰਦੇ ਨਹੀਂ ਮਿਲੇ, ਉਹਨਾਂ ਨੇ ਕੁਝ ਉਹਨੂੰ ਕਨਕਲੇਵ ਨੂੰ ਫੈਮਿਲੀ ਐਂਟਰਪ੍ਰੀਨਿਓਰਸ਼ਿਪ ਦੇ ਨਾਮ ਦੇ ਕੇ ਤੇ ਉਹ ਦਿੱਲੀ ਚ ਹੋਇਆ ਸੀ ਤਾਜ ਵਿੱਚ। ਆਈ ਵਿਲ ਸ਼ੇਅਰ ਮਾਈ YouTube ਚੈਨਲ ਵਿਦ ਯੂ। ਉਸ ਤੋਂ ਬਾਅਦ ਮੈਨੂੰ 2012 ਦੇ ਵਿੱਚ ਇੱਕ ਓਪਰਚੁਨਿਟੀ ਆਈ ਵਾਲਮਾਰਟ ਨਾਲ ਕੰਮ ਕਰਦੇ ਕਰਦੇ ਕਿ ਤੁਸੀਂ ਸਾਡੇ ਨਾਲ ਵਾਲਮਾਰਟ ਕੰਮ ਕਰਵਾਓ। ਉੱਥੇ ਵਾਲਮਾਰਟ ਇੰਦੌਰ ਦਾ ਜਿਹੜਾ ਉਧਰ ਦਾ ਸੈਂਟਰਲ ਇੰਡੀਆ ਆ ਉਹ ਤੁਸੀਂ ਕਰੋ। ਯੂ ਆਰ ਸਕਸੈਸਫੁਲੀ ਡੂਇੰਗ ਦਾ ਪੰਜਾਬ ਐਂਡ ਦਿਸ ਏਰੀਆ। ਮੈਂ ਅੱਜ ਤੱਕ ਕਦੀ ਇੰਦੌਰ ਨਹੀਂ ਗਿਆ ਸੀ ਔਰ ਮੈਂ ਰਾਤ ਨੂੰ ਹੀ ਆਪਣੇ ਫੈਮਿਲੀ ਨਾਲ ਡਿਸਕਸ ਕੀਤਾ। ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਮੇਰੀਆਂ ਕੁਝ ਆਬਸਟੈਕਲਸ ਹੋਈਆਂ ਨਾ ਜਾਣ ਵਾਲੀਆਂ, ਲੇਕਿਨ ਅਲਟੀਮੇਟਲੀ ਫਾਈਨਲੀ ਅਸੀਂ ਉੱਥੇ ਇੰਦੌਰ ਪ੍ਰਾਪਰਟੀਆਂ ਦੇਖਣੀਆਂ ਸ਼ੁਰੂ ਕੀਤੀਆਂ। ਉਸ ਵੇਲੇ ਗੂਗਲ ਆਪਣੇ ਚਰਮ ਸੀਮਾ ਤੇ ਸੀਗਾ। ਅਸੀਂ ਸਾਰਾ ਮੈਂ ਗੂਗਲ ਦੇ ਨਾਲ ਪ੍ਰਾਪਰਟੀਆਂ ਲੋਕੇਟ ਕੀਤੀਆਂ, ਰੈਂਟਲ ਲੈਣੀ ਸੀਗੀ ਤੇ ਉੱਥੋਂ 10 ਪ੍ਰਾਪਰਟੀਆਂ ਕੀਤੀਆਂ। ਉੱਥੇ ਪਹੁੰਚੇ, ਸਾਰੀਆਂ ਦੇਖ ਕੇ ਪ੍ਰਾਪਰਟੀਆਂ ਔਰ ਅਸੀਂ ਉਹਨਾਂ ਚੋਂ ਇੱਕ ਫਾਈਨਲ ਕਰਤੀ ਐਂਡ ਵੀ ਸਟਾਰਟਡ ਵਰਕਿੰਗ ਵਿਦ ਵਾਲਮਾਰਟ ਇਨ ਇੰਦੌਰ। ਬੜੇ ਸ਼ੌਕ ਨਾਲ, ਬੜੇ ਉਹਦੇ ਜੋਸ਼ ਨਾਲ ਸ਼ੁਰੂ ਕੀਤਾ, ਬਟ ਉੱਥੇ ਫਿਰ ਆਬਸਟੈਕਲਸ। ਪਹਿਲਾ ਸਾਲ ਬਹੁਤ ਵਧੀਆ ਚੱਲਿਆ, ਸੈਕੰਡ ਈਅਰ ਲਾਸ, ਦੈਨ ਲਾਸ। ਉਸ ਤੋਂ ਬਾਅਦ ਯੂਨਿਟ ਅਸੀਂ ਬੰਦ ਨਹੀਂ ਕੀਤਾ, ਬਟ ਮੈਂ ਚੂੰਕਿ ਨਵਾਂ ਸ਼ਹਿਰ ਤੋਂ ਸੀਗਾ ਔਰ ਕੋਵਿਡ ਦੇ ਅੰਦਰ ਅਸੀਂ ਉਹ ਸਾਰਾ ਦਾ ਸਾਰਾ ਕੰਮ 100% ਆਨਲਾਈਨ ਸ਼ੁਰੂ ਕਰਤਾ। ਜਿਹੜੀਆਂ ਆਡਿਟਸ ਸਾਡੇ ਔਰ ਇਹਨਾਂ ਕੰਪਨੀਆਂ ਦੇ ਵਿੱਚ ਵਿਚਾਲੇ ਬਹੁਤ ਸਾਰੀਆਂ ਬ੍ਰਿਜ ਕੰਪਨੀਆਂ ਹੁੰਦੀਆਂ ਜਿਹੜੀਆਂ ਕਿ US ਤੋਂ ਹੈ, ਇੰਡੀਆ 'ਚ ਆ ਰਹੀਆਂ ਆ ਹੁਣ, ਔਰ ਉਹ ਬ੍ਰਿਜ ਕੰਪਨੀਆਂ ਸਾਡੇ ਆਡਿਟਸ ਕਰਦੀਆਂ ਆ। ਉਹ ਸਾਨੂੰ ਇਹਨਾਂ ਮਲਟੀਨੈਸ਼ਨਲ ਕੰਪਨੀਆਂ ਦੇ ਨਾਲ ਸਾਡੇ ਗੈਪਸ ਕਵਰ ਕਰਦੀਆਂ ਆ ਔਰ ਉਹ ਆਡਿਟ ਜਿਹੜੀਆਂ ਸੀਗੀਆਂ ਉਹ ਕਦੀ ਅੱਜ ਤੱਕ ਦੁਨੀਆ ਦੀ ਹਿਸਟਰੀ ਦੇ ਵਿੱਚ ਉਹ ਕਦੀ ਵੀ ਆਡਿਟਸ ਆਨਲਾਈਨ ਨਹੀਂ ਹੋਈਆਂ। ਉਹ ਵੀ ਸਾਡੀਆਂ ਕੋਵਿਡ ਕਰਕੇ ਆਨਲਾਈਨ ਹੋਣਾ ਸ਼ੁਰੂ ਹੋ ਗਈਆਂ। ਸੋ ਦਿਸ ਵਾਸ ਬਲੇਸਿੰਗ ਇਨ ਡਿਸਗਾਈਜ਼। ਔਰ ਉਸ ਵੇਲੇ ਅਸੀਂ ਸਾਡਾ ਬਿਨਾਂ ਗਏ ਵੀ ਕੰਮ ਹੋਣਾ ਸ਼ੁਰੂ ਹੋ ਗਿਆ ਔਰ ਉਹ ਸਿਸਟਮ ਆਟੋ ਪਾਇਲਟ ਮੋਡ ਤੇ ਆ ਗਿਆ। ਔਰ ਵਾਪਸ ਮੇਰੇ ਰੂਟਸ ਜਿਹੜੀਆਂ ਹੈ ਉਹ ਇੱਕ ਨਵਾਂ ਸ਼ਹਿਰ ਨਾਲ ਕਨੈਕਟਡ ਹੈ। ਦਿੱਲੀ ਮੇਰਾ ਆਫਿਸ ਹੈਗਾ, ਇਸੇ ਤਰ੍ਹਾਂ ਨਵਾਂ ਸ਼ਹਿਰ ਹੈ, ਰੈਜ਼ੀਡੈਂਸ ਵੀ ਹੈ ਦਿੱਲੀ, ਦੇਹਰਾਦੂਨ ਹੈ, ਇੰਦੌਰ ਹੈ, ਨਵਾਂ ਸ਼ਹਿਰ ਹੈ, ਚੰਡੀਗੜ੍ਹ ਹੈ, ਸਭ ਜਗ੍ਹਾ ਮੇਰੇ ਹਾਊਸ ਹੈ। ਕਿਉਂਕਿ ਆਪਾਂ ਪੇਬੈਕ ਦੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਮਨਦੀਪ ਮੈਡਮ ਨੇ ਤੁਹਾਨੂੰ ਦੱਸਿਆ, ਆਈ ਵਾਸ ਹੀਅਰਿੰਗ ਦੈਟ ਕਿ ਜਿਸ ਸਮਾਜ ਦੇ ਅੰਦਰ, ਜਿਸ ਜਗ੍ਹਾ ਦੇ ਅੰਦਰ ਜਿਹਨੇ ਤੁਹਾਨੂੰ ਸਾਰਾ ਕੁਝ, ਉੱਥੇ ਦੀ ਆਵੋ ਹਵਾ, ਉੱਥੇ ਦਾ ਵਾਤਾਵਰਨ, ਉੱਥੇ ਦੀ ਸੁਸਾਇਟੀ, ਉੱਥੇ ਦਾ ਫੂਡ, ਉੱਥੇ ਦੇ ਟਰੀਜ਼, ਉੱਥੇ ਦੀ ਲੈਂਡ, ਉੱਥੇ ਦੀ ਧਰਤੀ ਨੇ ਤੁਹਾਨੂੰ ਅੰਨ ਦਿੱਤਾ, ਆਕਸੀਜਨ ਦਿੱਤੀ, ਵਾਟਰ ਦਿੱਤਾ, ਤੁਹਾਨੂੰ ਗਰੋ ਅਪ ਕੀਤਾ, ਤੁਹਾਡਾ ਉਹਦੇ ਲਈ ਪੇਬੈਕ ਜ਼ਰੂਰ ਬਣਦਾ ਹੈ। ਔਰ ਅਗਰ ਤੁਹਾਡੀ ਕੋਸ਼ਿਸ਼ ਹੈ ਤੁਸੀਂ ਉੱਥੇ ਰਹਿ ਕੇ ਜਿੰਨਾ ਪੇਬੈਕ ਕਰ ਸਕਦੇ ਹੋ ਔਰ ਦੂਰ ਰਹਿ ਕੇ ਨਹੀਂ ਕਰ ਸਕਦੇ, ਸੋ ਆਈ ਡਿਸਾਈਡਡ ਟੂ ਸਟੇ ਓਵਰ देयर ਓਨਲੀ। ਮੈਂ ਉੱਥੇ ਬੈਠ ਕੇ ਹੀ ਸਭ ਜਗ੍ਹਾ ਕਰਨਾ ਸ਼ੁਰੂ ਕਰਤਾ ਕੰਮ। ਔਰ ਜਿਹੜਾ ਸੀ ਅਸੀਂ ਨੈਕਸਟ ਜਿਹੜੀਆਂ ਇਸ ਐਂਟਰਪ੍ਰੀਨਿਓਰ ਜਰਨੀ ਤੋਂ ਬਹੁਤ ਸਾਰੇ ਲੈਸਨਸ ਹੈ। ਬਿਲਡਿੰਗ ਪ੍ਰੀਮੀਅਮ ਬ੍ਰਾਂਡ ਰਿਕੁਆਇਰਸ ਪੇਸ਼ੈਂਸ, ਹਾਰਡ ਵਰਕ, ਲੌਂਗ ਟਰਮ ਵਿਜ਼ਨ, ਟੀਮ ਵਰਕ। ਦੇਖੋ ਪੜ੍ਹਨ ਨੂੰ ਬੱਚੇ ਇਹ ਚੀਜ਼ਾਂ ਬਹੁਤ, ਤੁਸੀਂ ਸਾਰੇ ਪੜ੍ਹਦੇ ਹੋ, ਤੁਹਾਨੂੰ ਮੈਂ ਕੁਝ ਨਹੀਂ ਸਿਖਾ ਸਕਦਾ, ਤੁਹਾਡੇ ਕੋਲ ਮੇਰੇ ਨਾਲੋਂ ਜ਼ਿਆਦਾ ਕੰਟੈਂਟ ਹੋਏਗਾ, ਆਈ ਐਮ ਸ਼ੋਰ। ਲੇਕਿਨ ਤੁਸੀਂ ਇਹਦੇ ਵਿੱਚੋਂ ਕੋਈ ਇੱਕ ਚੀਜ਼ ਵੀ ਇਨਕਲਕੇਟ ਕਰ ਲਓ, ਇਹ ਤਹਈਆ ਲੈ ਕੇ ਜਾਓ ਕਿ ਜਿਹੜਾ 3 ਦਿਨ ਦਾ ਕਨਕਲੇਵ ਹੋ ਰਿਹਾ, ਮੈਂ ਇਹਦੇ ਵਿੱਚੋਂ ਕੀ ਸਿੱਖ ਸਕਦਾ ਹਾਂ। ਔਰ ਕੋਸ਼ਿਸ਼ ਕਰੋ ਨੈਕਸਟ ਸੈਸ਼ਨ ਤੋਂ ਆਪਣੇ ਕੋਲ ਪੇਪਰ ਔਰ ਪੈਨ ਰੱਖੋ। ਕਿਸੇ ਦਾ ਕੋਈ ਪੁਆਇੰਟ ਤੁਹਾਨੂੰ ਆਉਂਦਾ ਆ ਉਹਨੂੰ ਲਿਖੋ ਜ਼ਰੂਰ, ਅਦਰਵਾਈਜ਼ ਇੰਨਾ ਕੁਝ ਤੁਹਾਡੇ ਕੋਲ ਕੰਟੈਂਟ ਹੋ ਜਾਣਾ ਹੈ 3 ਦਿਨਾਂ 'ਚ, ਤੁਸੀਂ ਉਹ ਡਾਈਜੈਸਟ ਨਹੀਂ ਕਰ ਪਾਓਗੇ। ਉਹਨੂੰ ਨੋਟ ਕਰੋ, ਆਪਣੇ ਮਤਲਬ ਦੀਆਂ ਗੱਲਾਂ। ਔਰ ਅਸੀਂ ਸਟੇਕ ਹੋਲਡਰਸ ਨੂੰ ਨਾਲ ਲੈ ਕੇ ਚੱਲਣਾ ਆ। ਮੈਂ ਬਹੁਤ ਕੁਝ ਸਿੱਖਿਆ। ਪ੍ਰੋਫਿਟ ਐਂਡ ਪਰਪਸ ਹੈਲਪਸ ਟੂ ਕ੍ਰੀਏਟ ਲੀਗੇਸੀ ਫॉर द ਜਨਰੇਸ਼ਨਸ। ਸੋ ਉਹ ਇਸ ਤਰ੍ਹਾਂ ਦਾ ਇੱਕ ਸਿਸਟਮ ਜਿਹੜਾ ਹੈਗਾ ਉਹ ਬਣਾਇਆ। ਔਰ ਉਹਦੇ ਵਿੱਚ ਕੀ ਹੈ ਕਿ ਮੈਂ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਚੀਜ਼ ਸ਼ੇਅਰ ਕਰ ਰਿਹਾ ਵੀ ਟੌਪ ਇਕਨੋਮੀਜ਼ ਆਫ ਦਾ ਵਰਲਡ ਜਿਹੜੀਆਂ ਆ, ਉਹ ਸਭ ਤੋਂ ਵੱਡੀ ਇਕਨੋਮੀ ਜਿਹੜੀ ਹੈ ਉਹ USA ਦੀ ਇਕਨੋਮੀ ਹੈ। $9 trillion ਦੀ ਇਕਨੋਮੀ ਹੈ। $1 trillion ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ, 80-85 ਰੁਪਏ ਦਾ ਹੈ, 84.35 ਸ਼ਾਇਦ ਰੇਟ ਹੋਣਾ ਤਾਂ। ਹਾਊ ਮੈਨੀ ਜ਼ੀਰੋਜ਼ ਆਰ ਇਨ 1 trillion ਪਤਾ ਤੁਹਾਨੂੰ? ਯੈਸ, ਵੈਰੀ ਗੁੱਡ, ਕਲੈਪ ਫॉर हिम। ਖੜਾ ਹੋ ਜਾ ਬੇਟੇ, ਵੈਰੀ ਗੁੱਡ। ਦੇਖੋ ਇਹ ਬੱਚਾ 100% ਕਿਤੇ ਨਾ ਕਿਤੇ ਪਹੁੰਚੂਗਾ, ਅੱਛੇ ਲੈਵਲ ਤੇ ਪਹੁੰਚੂਗਾ। ਪੈਸ਼ਨ ਜਿਹੜਾ ਆ ਅਗਰ ਤੁਹਾਡੇ ਅੰਦਰ ਨਹੀਂ ਹੈਗਾ, ਕੁਝ ਸਿੱਖਣ ਦਾ ਤੁਹਾਡੇ ਅੰਦਰ ਜਜ਼ਬਾ ਨਹੀਂ ਹੈਗਾ, ਤੁਸੀਂ ਲਾਈਫ ਦੇ ਵਿੱਚ ਅੱਗੇ ਨਹੀਂ ਜਾ ਸਕਦੇ। ਮੇਰੇ ਕੋਲ ਹਰ ਵੇਲੇ 5-7 ਬੰਦੇ ਵੇਟਿੰਗ ਤੇ ਹੁੰਦੇ ਆ, ਐਵਰੀ ਗਿਵਨ ਪੀਰੀਅਡ ਆਫ ਟਾਈਮ। ਔਰ ਆਈ ਵਰਕ ਫਰੋਮ अर्ਲੀ ਮਾਰਨਿੰਗ टिल नाइट।
ਮੇਰਾ ਕੋਈ ਟਾਈਮ ਨਹੀਂ ਹੈਗਾ। ਜਦੋਂ ਮੈਂ ਪਹਿਲਾਂ ਕੰਮ ਕਰਦਾ ਹੁੰਦਾ ਸੀ ਤਾਂ ਮੈਂ ਉਦੋਂ 20 ਘੰਟੇ ਵੀ ਕੰਮ ਕੀਤਾ ਆ। ਅਗਰ ਤੁਹਾਡੇ ਅੰਦਰ ਜਜ਼ਬਾ ਹੈ ਨਾ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਤੁਹਾਡੇ ਕੋਲ ਤਾਂ ਹੁਣ ਆਈਡੀਆ ਲੈਬ ਸ਼ੁਰੂ ਹੋ ਰਹੀ ਹੈ BCL ਦਾ ਫੰਡਡ ਇੱਥੇ ਕਾਲਜ ਦੇ ਅੰਦਰ। ਦੇਖੋ ਕਿੰਨੀਆਂ ਚੀਜ਼ਾਂ, ਯੂ ਹੈਵ ਅਨਲਿਮਿਟਿਡ ਆਪਸ਼ਨਸ। ਸੋ ਪਹਿਲੀ ਇਕਨੋਮੀ USA ਦੀ ਹੈ $9 trillion। ਤੁਸੀਂ ਦੇਖ ਲਓ ਉਹਨੂੰ ਮਲਟੀਪਲਾਈ ਕਰ ਲਓ ਡਾਲਰ ਨਾਲ ਕਿੱਥੇ ਪਹੁੰਚ ਜਾਂਦੀ ਹੈ। ਐਂਡ ਸੈਕੰਡ ਬਿਗੇਸਟ ਇਕਨੋਮੀ ਜਿਹੜੀ ਹੈ ਉਹ ਕਿਹੜੇ ਕੰਟਰੀ ਦੀ ਹੈ ਦੱਸੋ ਜਰਾ? ਯੈਸ, $18 trillion ਦੀ ਹੈ ਚਾਈਨਾ। ਉਸ ਤੋਂ ਬਾਅਦ ਥਰਡ ਬਿਗੇਸਟ ਇਕਨੋਮੀ ਤੁਹਾਨੂੰ ਪਤਾ ਕਿਹੜੀ ਬਣ ਗਈ ਹੈ? ਯੈਸ। ਕਿੰਨੇ $1 trillion ਦੀ ਬਣੀ ਹੈ? ਐਨੀਬਾਡੀ ਕੈਨ ਸੇ? ਕੁਝ ਆਈਡੀਆ ਹੈ ਤੁਹਾਨੂੰ? ਸੌਰੀ ਜੋਰੀ ਬੱਚੋ ਉੱਚੀ ਬੋਲਣਾ। ਹਾਂ 7.8 ਠੀਕ ਹੈ ਤੁਹਾਡਾ ਰਾਈਟ ਨੇ, ਤੁਸੀਂ ਨਜ਼ਦੀਕ ਹੋ। ਰਾਈਟ ਨਾਓ ਅੱਜ ਆਪਾਂ ਜਿੱਥੇ ਬੈਠੇ ਆ ਦਿਸ ਇਜ਼ $8.9 trillion ਦੀ ਹੋ ਚੁੱਕੀ ਹੈ। ਸੋ ਜਿਹੜੇ ਇੱਥੋਂ ਬਾਹਰ ਜਾਂਦੇ ਆ ਉੱਥੇ ਜਾ ਕੇ ਉਹਨਾਂ ਨੂੰ ਹਾਰਡਸ਼ਿਪਸ ਕਰਨੀਆਂ ਪੈਂਦੀਆਂ, ਇੱਥੇ ਸੋਚਦੇ ਓਪਰਚੁਨਿਟੀ ਨਹੀਂ ਹੈਗੀ। ਅਗਰ ਤੁਸੀਂ ਇਸ ਐਂਟਰਪ੍ਰੀਨਿਓਰ ਕਨਕਲੇਵ 'ਚ ਤੁਸੀਂ ਪਾਰਟਿਸਿਪੇਟ ਪੂਰੀ ਤਰ੍ਹਾਂ ਕਰੋਗੇ ਤੁਹਾਡੇ ਕੋਲ ਇੰਨੀਆਂ ਆਪਸ਼ਨਸ ਆਣਗੀਆਂ। ਬਿਲੀਵ ਮੀ ਤੁਸੀਂ ਉਹਦੇ 'ਚ ਪਾਰਟਿਸਿਪੇਟ ਕਰੋ ਜਿਹੜਾ ਸਰ ਨੇ ਪਹਿਲਾਂ ਕੰਟੈਸਟ ਦੱਸਿਆ ਹੈਗਾ। ਔਰ ਫੋਰਥ ਜਿਹੜੀ ਬਿਗੇਸਟ ਇਕਨੋਮੀ ਹੈ ਉਹ ਕਿਹੜੀ ਹੈ ਦੱਸੋ ਜਰਾ? ਐਨੀਬਾਡੀ ਕੈਨ ਸੇ? ਯੈਸ, ਵੈਰੀ ਟਰੂ, ਜਾਪਾਨ ਇਜ਼ ਦਾ ਫੋਰਥ। 4 ਨੰਬਰ ਤੇ ਆ ਚੁੱਕੀ ਹੈ। ਹਿੰਦੁਸਤਾਨ ਦਾ ਬਹੁਤ ਪਿੱਛੇ ਸੀਗਾ, ਇੱਕ ਟਾਈਮ ਸੀਗਾ 45th ਨੰਬਰ ਸੀਗਾ ਔਰ ਅੱਜ 3rd ਨੰਬਰ ਹੈ। ਸੋ ਬਹੁਤ ਜਿਹੜੀਆਂ ਗੱਲਾਂ ਹੈਗੀਆਂ ਔਰ ਗੱਲਾਂ ਬਹੁਤ ਹੈਗੀਆਂ ਕਰਨ ਵਾਲੀਆਂ। ਯੂ ਕੈਨ ਕਨੈਕਟ ਮੀ ਔਨ ਮਾਈ YouTube ਚੈਨਲ A+ ਪਾਵਰਡ ਬਾਈ ਰਾਜਨ ਅਰੋੜਾ। ਇਹਨਾਂ ਹੀ ਗੱਲਾਂ ਦੇ ਨਾਲ ਮੈਂ ਤੁਹਾਡਾ ਬਹੁਤ ਥੈਂਕਸ ਕਰਦਾ। ਅਗਰ ਤੁਹਾਨੂੰ ਮੇਰੇ ਬਿਜ਼ਨਸ ਨਾਲ ਕਨੈਕਟਡ ਕੁਝ ਵੀ ਹੈਲਪ ਚਾਹੀਦੀ ਹੋਏਗੀ ਆਈ ਐਮ ਆਲਵੇਜ਼ ਦੇਅਰ। ਔਰ ਮੈਂ ਇਹ ਕੋਈ ਮੇਰਾ ਕੋਈ ਮਕਸਦ ਕੋਈ ਪੈਸਾ ਕਮਾਉਣਾ ਨਹੀਂ ਹੈ। ਆਈ ਐਮ ਅਟੈਚਡ ਟੂ ਸੋ ਮਨੀ ਸੋਸ਼ਲ ਆਰਗੇਨਾਈਜੇਸ਼ਨਸ। ਮੇਰਾ ਤਾਂ ਹੈਗਾ ਵੀ ਵੱਧ ਤੋਂ ਵੱਧ ਇੱਥੇ ਆ ਕੇ ਦੁਨੀਆ ਦੀ ਵੱਧ ਤੋਂ ਵੱਧ ਲੋਕਾਂ ਦੀ ਹੈਲਪ ਕਿਸ ਤਰ੍ਹਾਂ ਮੈਂ ਕਰ ਸਕਦਾ ਹਾਂ। ਆਈ ਐਮ ਆਲਵੇਜ਼ ਫॉर दैट। ਥੈਂਕ ਯੂ। ਸਾਰਿਆਂ ਨਾਲ ਸਾਂਝੇ ਕੀਤਾ, ਤੁਹਾਡੇ ਧਿਆਨ ਤੇ ਸਾਰਿਆਂ ਨਾਲ ਗੱਲਬਾਤ ਕਰਨ ਤੇ ਬਹੁਤ ਬਹੁਤ ਧੰਨਵਾਦ।